ਸਭ ਕਾਂਗਰਸ ਪਾਰਟੀ ਦਾ ਜਦੋਂ ਮੈਨੀਫੈਸਟੋ ਲਿਖਿਆ ਗਿਆ ਤਾਂ ਉਹਦੇ ਵਿੱਚ ਇਹ ਤੈਅ ਸੀ ਕਿ ਵੀਆਈਪੀ ਕਲਚਰ ਖਤਮ ਕਰਨਾ ਹੈ ਔਰ ਇਹਦੇ ਤਹਿਤ ਜਿਹੜਾ ਨਿਉ ਪੱਥਰ ਰੱਖਣ ਦੀ ਪ੍ਰਥਾ ਹੈ ਇਹਨੂੰ ਡਿਸਕਰੇਜ ਕਰਨਾ, ਇਹਨੂੰ ਘਟਾਉਣਾ ਹੈ। ਤੋ ਨੋਟੀਫਿਕੇਸ਼ਨ ਦਾ ਮਤਲਬ ਸਿਰਫ ਇੰਨਾ ਹੀ ਸੀ ਕਿ ਇੱਕ ਕੋਈ ਜ਼ਰੀਆ ਬਣ ਜੇ ਜਿਹਦੇ ਤਹਿਤ ਕਿ ਰਾਸ਼ਟਰਪਤੀ, ਹਿੰਦੁਸਤਾਨ ਦੇ ਰਾਸ਼ਟਰਪਤੀ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ, ਲੋਕ ਸਭਾ ਦੇ ਸਪੀਕਰ ਵਗੈਰਾ ਵਗੈਰਾ 4-5 ਕੈਟੇਗਰੀਜ਼ ਹੈਗੀਆਂ ਜਿਹੜੇ ਕਿ ਨਿਉ ਪੱਥਰ ਰੱਖ ਸਕਦੇ। ਔਰ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਜੇ ਕੋਈ 100 ਕਰੋੜ ਦਾ, ਕੋਈ 50 ਕਰੋੜ ਦਾ ਬਹੁਤ ਵੱਡੇ ਖਰਚੇ ਨਾਲ ਕੋਈ ਚੀਜ਼ ਤਿਆਰ ਕੀਤੀ ਜਾਏ ਔਰ ਉੱਥੇ ਜੇ ਜਾਣਗੇ ਤਾਂ ਕਿਸੇ ਦਾ ਨਾਂ ਨਹੀਂ ਲਿਖਿਆ ਜਾਏਗਾ। ਉਸ ਨਿਉ ਪੱਥਰ 'ਤੇ ਸਿਰਫ ਇੰਨਾ ਹੀ ਲਿਖਿਆ ਜਾਏਗਾ ਕਿ ਤੁਹਾਡੇ ਟੈਕਸਾਂ ਦੇ ਪੈਸੇ ਦੇ ਜ਼ਰੀਏ ਤਿਆਰ ਕੀਤਾ ਗਿਆ, ਬਿਲਟ ਵਿਦ ਦ ਟੈਕਸ ਪੇਅਰਸ ਮਨੀ। ਇਸ ਤੋਂ ਇਲਾਵਾ ਨਿਉ ਪੱਥਰ 'ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲਿਖਾਂਗੇ। ਸੋ ਇਹ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਸੀ ਔਰ ਨੋਟੀਫਿਕੇਸ਼ਨ ਤਾਂ ਸਿਰਫ ਉਸ ਗੱਲ ਦੀ ਹੁਣ ਤਾਇਦ ਕਰਦਾ ਜਿਹੜਾ ਕਿ ਸੀਐਮ ਸਾਹਿਬ ਨੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਉਹਨੂੰ ਇੱਕ ਕਹਿੰਦੇ ਇੱਕ ਅਮਲੀ ਇੱਕ ਜਾਮਾ ਬਣਾਉਣ ਦੀ ਕੋਸ਼ਿਸ਼ ਹੈ। ਅੱਛਾ ਕਮਲਪ੍ਰੀਤ ਜੀ, ਜੇ ਆਪਾਂ ਮਾਈਨਿੰਗ ਦੀ ਗੱਲ ਕਰੀਏ ਜੀ, ਸਰਕਾਰ ਬਹੁਤ ਇਹਦੇ ਸਖਤਾਈ ਕੀਤੀ ਹੈ। ਹੁਣੀ ਪਿੱਛੇ ਜੀ ਮੁਹਾਲੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਮਾਈਨਿੰਗ ਦਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮੁੱਦਾ ਵੀ ਚੱਕਿਆ ਤੇ ਲਾਇਆ ਵੀ ਹੈ ਜੀ, ਤੇ ਇਹਦੇ ਬਾਰੇ ਨਕੀਲ ਕਸਣ ਵਾਸਤੇ ਆਪਾਂ ਹੋਰ ਕੀ ਕਰ ਰਹੇ ਹਾਂ? ਸਭ ਮੈਨੂੰ ਮਾਈਨਿੰਗ ਦਾ ਤਾਂ ਜ਼ਿਆਦਾ ਇਲਮ ਨਹੀਂ ਹੈ ਕਿ ਕਿਸ ਮਾਈਨ 'ਤੇ ਜਾਂ ਕੀ ਕਿਸਮ ਦੀਆਂ ਕੋਈ ਬੇਨੀਮੀਆਂ ਹੋਈਆਂ ਜਾਂ ਕੋਈ ਕਮੀਆਂ ਰਹਿ ਗਈਆਂ, ਪਰ ਇੰਨਾ ਕੁ ਜ਼ਰੂਰ ਪਤਾ ਕਿਉਂਕਿ ਮੇਰਾ ਮਹਿਕਮਾ ਫਾਈਨੈਂਸ ਹੈ। ਪਿਛਲੇ 7-8-10 ਸਾਲ ਤੋਂ ਜੋ ਮਾਈਨਿੰਗ ਹੋ ਰਹੀ ਸੀ ਉਹਦੇ ਤਹਿਤ 30 ਤੋਂ ਲੈ ਕੇ 43 ਕਰੋੜ ਰੁਪਇਆ ਹਰ ਸਾਲ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਆਉਂਦਾ ਸੀ ਮਾਈਨਿੰਗ ਦੇ ਅਤਬਾਰ ਨਾਲ। ਔਰ ਪਹਿਲੀ ਮਰਤਬਾ ਹੋਇਆ ਕਿ ਇਹ ਜੇ ਅੱਧੀਆਂ ਖਾਨਾਂ ਜਿਹੜੀਆਂ ਉਹਨਾਂ ਦੀ ਇਹ ਜੇ ਨਿਲਾਮੀ ਨਹੀਂ ਹੋਈ, ਪਰ ਤਕਰੀਬਨ 550 ਕਰੋੜ ਦੀਆਂ ਨਿਲਾਮੀਆਂ ਹੋ ਚੁੱਕੀਆਂ। ਗੁੰਜਾਇਸ਼ ਹੈ ਇਹਨੂੰ ਹੋਰ ਦਰੁਸਤ ਕਰਨ ਦੀ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਇਸ ਸਾਲ ਦੇ ਵਿੱਚ ਮਾਈਨਿੰਗ ਤੋਂ ਸਰਕਾਰੀ ਖਜ਼ਾਨੇ 'ਚ 800-900 ਕਰੋੜ ਰੁਪਇਆ ਇਹਦੀ ਇਨਕਮ ਹੋਵੇ ਔਰ ਹਰ ਸਾਲ ਆਉਂਦੀ ਰਹੇ, ਤਾਂ ਕਿ ਇਹਦੇ ਨਾਲ ਜਿਹੜੇ ਟੈਕਸ ਖਜ਼ਾਨੇ 'ਚ ਆਉਂਦੇ ਇਹਦੇ 'ਚ ਜਿਹੜਾ ਪੰਜਾਬ ਦਾ ਗਰੀਬ ਤਬਕਾ ਹੈ ਉਹਦੀ ਮਦਦ ਹੁੰਦੀ ਹੈ, ਪੰਜਾਬ ਦਾ ਜਿਹੜਾ ਬੁਨਿਆਦੀ ਢਾਂਚਾ ਹੈ ਉਹਨੂੰ ਦਰੁਸਤ ਕੀਤਾ ਜਾਂਦਾ ਹੈ ਔਰ ਹਰ ਵਰਗ ਨੂੰ ਇਹਦਾ ਫਾਇਦਾ ਪਹੁੰਚਦਾ। ਜੀ ਤੁਸੀਂ ਬਾਹਰ ਟੂਰ ਲਾ ਕੇ ਘੁੰਮਦੇ ਉਹਦੇ ਵਿੱਚ ਕੀ ਤੁਸੀਂ ਪੰਜਾਬ ਸਰਕਾਰ ਦੇ ਨਹੀਂ, ਇਹ ਜਿਹੜਾ ਮੈਂ ਇਸ ਵੀਕਐਂਡ 'ਤੇ ਮਲੇਸ਼ੀਆ ਇੱਕ ਦੇਸ਼ ਹੈ ਉਹਦੇ 'ਚ ਕੋਲਾਲੰਪੁਰ ਇੱਕ ਮੁਕਾਮ ਹੈ, ਮੈਂ ਉੱਥੇ ਜਾ ਕੇ ਆਇਆ ਔਰ ਇਹ ਸਰਕਾਰੀ ਟੂਰ ਨਹੀਂ ਸੀ, ਇਹ ਮੇਰਾ ਪ੍ਰਾਈਵੇਟ ਟੂਰ ਸੀ। ਮੈਂ ਆਪਦੇ ਖਰਚੇ 'ਤੇ ਗਿਆ ਸੀ, ਪਰ ਉੱਥੇ ਜਿਹੜੇ ਉਹਨਾਂ ਮੁਲਕਾਂ 'ਚ ਹਿੰਦੁਸਤਾਨੀ ਆਬਾਦ ਨੇ ਔਰ 3-4 ਪੀੜ੍ਹੀਆਂ ਤੋਂ ਆਬਾਦ ਹੈ, ਮੈਂ ਉਹਨਾਂ ਨੂੰ ਮਿਲਣ ਗਿਆ ਸੀ ਔਰ ਬੜੀ ਅੱਛੀ ਮੀਟਿੰਗ ਰਹੀ। ਮੇਰੇ ਨਾਲ ਸ਼੍ਰੀ ਮੋਂਟੇਕ ਸਿੰਘ ਆਲੂਵਾਲੀਆ ਜਿਹੜੇ ਕਿ ਪਹਿਲਾਂ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਹੈ, ਅਸੀਂ ਦੋਨੇ ਗਏ ਸੀ ਔਰ ਸਾਡਾ ਮਨਸ਼ਾ ਇਹ ਸੀ ਕਿ ਕਿਉਂਕਿ ਇਸ ਵੇਲੇ ਕਿ ਪਿਛਲੇ 70 ਸਾਲ ਤੋਂ ਜਿਹੜੀ ਪਾਲਿਸੀ ਰਹੀ ਹੈ ਹਿੰਦੁਸਤਾਨ ਦੀ ਉਹ ਹਮੇਸ਼ਾ ਵੈਸਟ ਕੰਨੀ ਦੇਖਦੀ ਹੈ, ਯੂਰਪ ਕੰਨੀ ਦੇਖਦੀ ਹੈ, ਅਮਰੀਕਾ ਕੰਨੀ ਦੇਖਦੀ ਹੈ ਔਰ ਉਹਨਾਂ ਮੁਲਕਾਂ ਨੇ ਜਿਹੜੇ ਸਾਡੇ ਈਸਟ 'ਤੇ ਹੈ, ਜਿਹੜੇ ਪੂਰਬ 'ਚ ਹੈ, ਉਹਨਾਂ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਸਰਮਾਇਆ, ਕਾਰੋਬਾਰ, ਤਜਾਰਤ ਸਾਨੂੰ ਉਹਨਾਂ ਨਾਲ ਵੀ ਕਰਨੀ ਚਾਹੀਦੀ ਹੈ। ਮੈਂ ਉਸ ਉਦੇਸ਼ ਨਾਲ ਗਿਆ ਸੀ ਕਿ ਕਿਉਂਕਿ ਉਹ ਹਿੰਦੁਸਤਾਨੀ ਲੋਕ ਉੱਥੇ ਰਹਿੰਦੇ ਹੈ ਔਰ ਖ਼ਾਸ ਕਰਕੇ ਪੰਜਾਬੀ ਰਹਿੰਦੇ ਹੈ, ਕਿ ਉਹਨਾਂ ਨੂੰ ਮੈਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਆਵਾਂ ਕਿ ਉਹ ਪੰਜਾਬ ਦੇ ਵਿੱਚ ਆਪਣੇ ਕਾਰੋਬਾਰ ਖੋਲ੍ਹਣ। ਜੀ ਮਤਲਬ ਜੀ ਇੱਕ ਆਟਾ ਦਾਲ ਸਕੀਮ ਤਲਵੰਡੀ ਦੇ ਪੇਸ਼ ਕੀਤਾ ਗਿਆ, ਬੰਦ ਕੀਤੀ ਗਈ। ਸਭ ਆਟਾ ਦਾਲ ਸਕੀਮ ਜਿਹੜੀ ਹੈ ਉਹ ਬੰਦ ਨਹੀਂ ਕੀਤੀ ਗਈ। ਸਰਕਾਰ ਨੇ ਫੈਸਲਾ ਕੀਤਾ ਕਿ ਹਰ ਮਹੀਨੇ ਕਣਕ ਵੰਡਣ ਨਾਲੋਂ 6 ਮਹੀਨਿਆਂ ਦੇ ਵਿੱਚ ਇੱਕ ਵਾਰੀ ਕਣਕ ਵੰਡੀ ਜਾਏਗੀ, ਕਿਉਂਕਿ ਇਹਨੂੰ ਵੰਡਣਾ, ਇਹਨੂੰ ਤਕਸੀਮ ਕਰਨਾ, ਇਹਨੂੰ ਹੈਂਡਲਿੰਗ ਦੇ ਇਹ ਬੜਾ ਕਾਸਟਲੀ ਅਫੇਅਰ ਹੈ। ਸੋ ਆਟੇ ਦੀ ਬਜਾਏ ਕਣਕ ਜਿਹੜੀ ਹੈ, ਔਰ ਐਤਕੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਮੰਡੀਆਂ ਦੇ ਵਿੱਚ ਭਰਤੀ ਹੋਈ ਬੋਰੀਆਂ ਦੀ ਤਾਂ 30-30 ਕਿਲੋ ਦੇ ਬੋਰੀਆਂ ਭਰਤੀ ਹੋਈ, ਜਿਹੜੀ ਕਿ ਇਹ ਰਾਸ਼ਨ ਸਕੀਮ 'ਚ ਆਉਣਾ ਹੈ। ਜਿੱਥੋਂ ਤਾਈਂ ਦਾਲ ਦਾ ਔਰ ਕਾਂਗਰਸ ਪਾਰਟੀ ਨੇ ਚੀਨੀ ਤੇ ਚਾਹ ਪੱਤੀ ਦਾ ਵੀ ਪ੍ਰੋਮਿਸ ਕੀਤਾ। ਸੋ ਦਾਲ ਦੇਣ ਦੀ ਬਜਾਏ, ਚਾਹ ਦੇਣ ਦੀ ਬਜਾਏ ਜਾਂ ਖੰਡ ਦੇਣ ਦੀ ਬਜਾਏ ਜਿਹੜੇ ਲਾਭ ਪਾਤਰ ਹੋਣਗੇ ਉਹਨਾਂ ਨੂੰ ਇੱਕ ਸਮਾਰਟ ਕਾਰਡ ਦਿੱਤਾ ਜਾਏਗਾ ਔਰ ਹਰ 6 ਮਹੀਨਿਆਂ ਬਾਅਦ ਉਸ ਸਮਾਰਟ ਕਾਰਡ ਦੇ ਵਿੱਚ ਪੈਸੇ ਜਿਹੜੇ ਹੈ ਲੋਡ ਕੀਤੇ ਜਾਣਗੇ ਔਰ ਇਹ ਜਿਹੜੇ ਸਮਾਰਟ ਕਾਰਡ ਹੋਣਗੇ ਇਹ ਘਰ ਦੀ ਔਰਤ ਦੇ ਨਾਂ 'ਤੇ ਹੋਣਗੇ ਔਰ ਘਰ ਦੀ ਔਰਤ ਕਿਸੇ ਵੀ ਰਾਸ਼ਨ ਦੀ ਦੁਕਾਨ 'ਤੇ ਜਾ ਕੇ, ਜ਼ਰੂਰੀ ਨਹੀਂ ਕਿ ਉਹਨੇ ਚਾਹ ਜਾਂ ਖੰਡ ਲੈਣੀ ਹੈ, ਪਰ ਜਿੰਨੇ ਪੈਸਿਆਂ ਦੀ ਚਾਹ ਜਾਂ ਖੰਡ ਜਾਂ ਦਾਲ ਹੋਏਗੀ
ਜੋ ਵੀ ਘਰੇ ਜ਼ਰੂਰਤ ਹੈ ਜਿਸ ਚੀਜ਼ ਦੀ ਉਹ ਰਾਸ਼ਨ ਜਿਹੜਾ ਉਹ ਲੈ ਸਕਦੀ ਹੈ। ਹਰ 6 ਮਹੀਨੇ ਬਾਅਦ ਇਹ ਤਕਸੀਮ ਹੋਏਗੀ ਔਰ ਮੈਨੂੰ ਲੱਗਦਾ ਇਸ ਮਹੀਨੇ ਦੇ ਵਿੱਚ ਜਿਹੜਾ ਆਟਾ ਦਾਲ ਸਕੀਮ ਜਿਹੜੀ ਹੈ ਜਦੋਂ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਔਰ ਜਿਵੇਂ ਵੈਰੀਫਿਕੇਸ਼ਨ ਹੋਗੀ ਤਾਂ ਇਹ ਲੋਕਾਂ 'ਚ ਤਕਸੀਮ ਹੋਣਾ ਸ਼ੁਰੂ ਹੋ ਜਾਏਗਾ। ਮਨਪ੍ਰੀਤ ਜੀ, ਸੁਖਪਾਲ ਖਹਿਰਾ ਆਮ ਪਾਰਟੀ ਦੇ ਵਿਧਾਇਕ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ੍ਹ ਤੇ ਉਹਨਾਂ ਨੇ ਆਪਣੇ ਜਿਹੜੇ ਕਾਂਗਰਸ ਪਾਰਟੀ ਦੇ ਮੰਤਰੀ ਨੇ ਰਾਣਾ ਗੁਰਜੀਤ ਸਿੰਘ, ਉਹਨਾਂ 'ਤੇ ਰੋਕ ਲਗਾਇਆ ਵੀ ਉਹ ਕੰਪਨੀਆਂ ਦਾ ਨਿੱਜੀ ਉਹਨਾਂ ਦੀ ਕੰਪਨੀ ਉਹਨਾਂ ਦਾ ਫਾਇਦਾ ਚੱਕ ਰਹੇ ਹਨ, ਸੱਤਾ ਦੇ ਵਿੱਚ ਆ ਕੇ ਗਲਤ ਉਪਯੋਗ ਕਰ ਰਹੇ ਆ। ਦੇਖੋ, ਮੈਂ ਸਮਝਦਾ ਕਿ ਸਿਆਸਤ ਦੇ ਵਿੱਚ ਵੀ ਸ਼ਾਇਸਤਗੀ ਹੋਣੀ ਚਾਹੀਦੀ ਹੈ। ਕਿਸੇ ਦੇ ਖਿਲਾਫ ਕਿਰਦਾਰਕੁਸ਼ੀ ਕਰਨਾ, ਇਲਜ਼ਾਮ ਤਰਾਸ਼ੀ ਕਰਨਾ, ਇਹ ਔਰ ਬਿਨਾਂ ਬੁਨਿਆਦ ਤੋਂ ਕਰਨਾ, ਮੈਨੂੰ ਲੱਗਦਾ ਇਹ ਸੁਖਪਾਲ ਖਹਿਰਾ ਜੀ ਨੂੰ ਇਹ ਗੱਲ ਜ਼ੇਬ ਨਹੀਂ ਦਿੰਦੀ। ਕੋਈ ਠੋਸ ਸਬੂਤ ਨਹੀਂ ਹੁੰਦੇ। ਰਾਣਾ ਗੁਰਜੀਤ ਤੇ ਸੁਖਪਾਲ ਖਹਿਰਾ, ਕਿਉਂਕਿ ਇਹਨਾਂ ਦਾ ਇਹ ਦੋਨੇ ਕਪੂਰਥਲਾ ਜ਼ਿਲ੍ਹੇ ਨਾਲ ਇਹਨਾਂ ਦੀ ਵਾਬਸਤਗੀ ਹੈ ਔਰ ਇੱਕ ਕਿਸਮ ਦਾ ਇਹਨਾਂ ਦੇ ਸ਼ਦੀਦ ਇਖਤਲਾਫਾਤ ਨੇ ਇੱਕ ਦੂਜੇ ਨਾਲ, ਔਰ ਕਿਉਂਕਿ ਅੱਜ ਕੱਲ੍ਹ ਸੁਖਪਾਲ ਖਹਿਰਾ ਆਪੋਜੀਸ਼ਨ 'ਚ ਹੈ ਤਾਂ ਇਸ ਕਿਸਮ ਦੇ ਬਿਆਨ ਜਿਹੜੇ ਹੈ ਉਹ ਅਕਸਰ ਹਰ ਹਫਤੇ ਹਰ 10 ਦਿਨ ਹੀ ਘਟਦੇ ਰਹਿੰਦੇ ਆ। ਸੋ ਮੈਂ ਫਿਰ ਔਰ ਮੇਰੀ ਤਾਂ ਕੋਈ ਇਹ ਨਹੀਂ ਕਿ ਮੈਂ ਉਹਨਾਂ ਦੀ ਕੋਈ ਤਨਕੀਦ ਕਰ ਰਿਹਾ, ਪਰ ਫਿਰ ਮੈਂ ਕਹਿੰਦਾ ਕਿ ਸ਼ਾਇਸਤਗੀ ਜਿਹੜੀ ਹੈ ਉਹ ਰਾਜਨੀਤੀ ਜ਼ਰੂਰ ਹੋਣੀ ਚਾਹੀਦੀ ਹੈ। ਬੇਬੁਨਿਆਦ ਇਲਜ਼ਾਮ ਜਿਹੜੇ ਹੈ ਉਹ ਕਿਸੇ ਤੇ ਵੀ ਨਹੀਂ ਲਾਣੇ ਚਾਹੀਦੇ। ਔਰ ਮੈਂ ਫਿਰ ਉਹਨਾਂ ਨੂੰ ਇਹ ਵੀ ਕਹਾਂਗਾ ਕਿ ਕਈ ਵਾਰੀ ਦੁਸ਼ਮਣੀ ਦੇ ਵਿੱਚ ਵੀ ਬੰਦੇ ਨੂੰ ਦਿਲ ਵੱਡਾ ਰੱਖਣਾ ਚਾਹੀਦਾ। ਵੈਸੇ ਤਾਂ ਦੁਸ਼ਮਣੀ ਕੀ ਦੋਸਤੀ 'ਚ ਵੀ ਦਿਲ ਵੱਡਾ ਹੀ ਹੋਣਾ ਚਾਹੀਦਾ ਹੈ, ਆਸ਼ਕੀ 'ਚ ਵੀ ਦਿਲ ਵੱਡਾ ਹੀ ਰੱਖਣਾ ਪੈਂਦਾ, ਪਰ ਖਹਿਰਾ ਸਾਹਿਬ ਦਿਲ ਵੱਡਾ ਰੱਖਿਆ। ਥੈਂਕ ਯੂ ਜੀ। ਲਾਸਟ ਸਵਾਲ, ਜਿਹੜਾ GST ਲੱਗਿਆ ਉਹਨੂੰ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਕਹਿੰਦੇ ਸਾਡਾ ਲੰਗਰ ਪਾਣੀ ਵੀ ਚੱਲਦਾ ਉਹਦੇ ਉੱਤੇ ਵੀ ਲਾਤਾ, ਉਹ ਕਹਿ ਰਹੇ ਵੀ ਤੋਂ ਹਟਾਇਆ ਜਾਵੇ। ਸਭ ਮੈਂ ਸ਼੍ਰੋਮਣੀ ਅਕਾਲੀ ਕਮੇਟੀ ਨੂੰ ਔਰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਇੱਕ ਅੰਗ ਹੈ ਉਹਨਾਂ ਨੂੰ ਮਸ਼ਵਰਾ ਦਊਂਗਾ ਕਿ ਤੁਸੀਂ ਸੈਂਟਰ ਦੇ ਵਿੱਚ BJP ਦੇ ਭਾਈਵਾਲ ਹੋ। ਹਰਸਿਮਰਤ ਬੀਬਾ ਜਿਹੜੀ ਹੈ ਉਹ ਕੈਬਨਿਟ ਦੀ ਮੰਤਰੀ ਹੈ ਜਿੱਥੇ ਅਰੁਣ ਜੇਟਲੀ ਜੀ ਬਹਿੰਦੇ ਹੈ, ਔਰ ਮੈਨੂੰ ਨਹੀਂ ਪਤਾ ਕਿ ਕਿਉਂ ਇਹ ਅਖਬਾਰਾਂ 'ਚ ਇਸ ਕਿਸਮ ਦੀ ਬਿਆਨਬਾਜ਼ੀ ਕਰ ਰਹੇ। ਤੁਸੀਂ ਉਸ ਕੈਬਨਿਟ ਦਾ ਹਿੱਸਾ ਹੋ, ਤੁਸੀਂ 1 ਮਿੰਟ ਦੇ ਵਿੱਚ ਅਰੁਣ ਜੇਟਲੀ ਜੀ ਨੂੰ ਕਹੋ, ਗਵਰਨਮੈਂਟ ਆਫ ਇੰਡੀਆ ਨੂੰ ਕਹੋ ਕਿ ਇਹ ਟੈਕਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰਾਂ ਤੇ ਵਗੈਰਾ ਲੱਗਦਾ ਉਹ ਖਤਮ ਕਰ ਦੇਣ। ਸੋ ਇਹ ਅਖਬਾਰ ਦੇ ਵਿੱਚ ਜਾਣ ਦਾ ਕਿ ਜਦੋਂ ਤੁਸੀਂ ਖੁਦ ਉਸ ਸਰਕਾਰ ਦੇ ਭਾਈਵਾਲ ਹੋ ਤਾਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਉਹਨਾਂ ਵਾਸਤੇ।